267 ਪਾਵਨ ਸਰੂਪਾਂ ਦਾ ਮਾਮਲਾ ਦਿਨ ਬਾ ਦਿਨ ਭਖਦਾ ਜਾ ਰਿਹਾ ਹੈ। ਹਾਲਾਂਕਿ ਇਸ ਦੇ ਵਿੱਚ ਜਾਂਚ ਅਧਿਕਾਰੀ ਈਸ਼ਰ ਸਿੰਘ ਵੱਲੋਂ ਨਿਰਪੱਖਤਾ ਦੇ ਨਾਲ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਹਵਾਰਾ ਗਰੁੱਪ ਤੋਂ ਪ੍ਰੋਫੈਸਰ ਬਲਜਿੰਦਰ ਸਿੰਘ ਵੱਲੋਂ ਇਹਨਾਂ ਨੂੰ ਫਿਰ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਹੈ। ਉਹਨਾਂ ਪੱਤਰਕਾਰ ਵਾਰਤਾ ਕਰਦੇ ਹੋਏ ਕਿਹਾ ਕਿ 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਹਿਸਾਬ ਦੇ ਨਾਲ ਬਾਦਲ ਪਰਿਵਾਰ ਤੋਂ ਲੈ ਕੇ SGPC ਦੇ ਮੈਂਬਰ ਇਸ ਮਾਮਲੇ ਦੇ ਵਿੱਚ ਦੋਸ਼ੀ ਸਾਬਿਤ ਹੁੰਦੇ ਹਨ, ਪਰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਘੱਟੋ ਘੱਟ 5 ਵਕੀਲਾਂ ਜਾਂ ਫਿਰ ਜੱਜਾਂ ਦੀ ਕਮੇਟੀ ਬਣਾ ਕੇ ਉਸ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 267 ਸਰੂਪਾਂ ਦੇ ਸੰਬੰਧ ਦੇ ਵਿੱਚ ਜਿਹੜੀ ਜਾਂਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਰੰਭ ਕੀਤੀ ਗਈ ਹੈ, ਉਹਦੇ ਜਾਂਚ ਅਧਿਕਾਰੀ ਡਾਕਟਰ ਈਸ਼ਰ ਸਿੰਘ ਨੇ। ਹੋਰ ਉਹਨਾਂ ਦੇ ਮੁਤਲਕ ਅਸੀਂ ਗੱਲ ਸਪਸ਼ਟ ਕਰ ਦਈਏ ਕਿ ਅਕਤੂਬਰ 2018 ਦੇ ਵਿੱਚ ਡਾਕਟਰ ਈਸ਼ਰ ਸਿੰਘ ਜੀ ਨੇ ਪੰਥਕ ਅਸੈਂਬਲੀ ਦੇ ਵਿੱਚ ਇਸ ਸਾਰੇ ਸਿਸਟਮ ਨੂੰ, ਜਿਹਦੇ ਤੋਂ ਨਵੇਂ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪਿੱਛੇ ਚਲਾਉਣ ਵਾਲੇ ਬਾਦਲ ਕੇ ਪਰਿਵਾਰ, ਇਹਨਾਂ ਸਾਰਿਆਂ ਨੂੰ ਇਹਨਾਂ ਨੇ ਰਿਜੈਕਟ ਕੀਤਾ, ਇਹਨਾਂ ਦਾ ਬਾਈਕਾਟ ਕੀਤਾ। ਇੱਥੇ ਤੱਕ ਡਾਕਟਰ ਈਸ਼ਰ ਸਿੰਘ ਨੇ ਗੱਲ ਕਹੀ 2018 ਦੇ ਵਿੱਚ ਕਿ ਜਿਹੜੇ ਨਵੇਂ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਕਰਦੀ ਹੈ, ਸਾਨੂੰ ਇਹਦੇ ਸੰਬੰਧ ਦੇ ਵਿੱਚ ਹਾਈ ਕੋਰਟ ਤੋਂ ਸਟੇ ਲੈ ਕੇ ਆਉਣਾ ਚਾਹੀਦਾ। ਭਾਵ ਕਹਿਣ ਦਾ ਕਿ 2018 ਦੇ ਵਿੱਚ ਇਹਨਾਂ ਨੇ ਸਾਰੇ ਸਿਸਟਮ ਨੂੰ ਰਿਜੈਕਟ ਕੀਤਾ, ਵਕਾਲਤ ਕੀਤੀ ਇਸ ਗੱਲ ਦੀ ਕਿ ਇਹਦੇ ਬਾਰੇ ਕੋਰਟ ਤੋਂ ਸਟੇ ਲੈ ਕੇ ਆਂਦਾ ਜਾਵੇ। 2 ਸਾਲਾਂ ਬਾਅਦ ਉਸੇ ਸਿਸਟਮ ਦੇ ਹੇਠ, ਉੱਥੇ ਕਾਰਜਕਾਰੀ ਜਥੇਦਾਰ ਦੇ ਹੇਠ, ਉੱਥੇ ਬਾਦਲਾਂ ਦੀ ਸਿਸਟਮ ਦੇ ਹੇਠ ਇਹ ਇਨਕੁਆਇਰੀ ਦਾ ਇਹਨਾਂ ਨੇ ਅਹੁਦਾ ਜਿਹੜਾ ਸੀ ਪ੍ਰਵਾਨ ਕਰ ਲਿਆ, ਇਨਕੁਆਇਰੀ ਅਫਸਰ ਦਾ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਬਈ ਜਦ ਤੁਸੀਂ ਸਿਸਟਮ ਨੂੰ ਪ੍ਰਵਾਨ ਹੀ ਨਹੀਂ ਕਰਦੇ ਤਾਂ ਉਸ ਸਿਸਟਮ ਦੇ ਹੇਠ ਤੁਸੀਂ ਜਾਂਚ ਅਧਿਕਾਰੀ ਕਿਉਂ ਬਣੇ? ਕਿਉਂਕਿ 267 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਮਸਲਾ ਕੇਵਲ ਤੇ ਕੇਵਲ ਸ਼੍ਰੋਮਣੀ ਕਮੇਟੀ ਦਾ ਜਾਂ ਜਥੇਦਾਰ ਦਾ ਨਹੀਂ ਹੈ, ਇਹ ਸਾਰੇ ਸਿੱਖ ਜਗਤ ਦਾ ਮਸਲਾ ਹੈ। ਇਸ ਸੰਬੰਧ ਦੇ ਵਿੱਚ ਡਾਕਟਰ ਈਸ਼ਰ ਸਿੰਘ ਦਾ ਜੋ ਤਰੀਕਾ, ਜਿਸ ਤਰੀਕੇ ਨਾਲ ਉਹ ਇਨਕੁਆਇਰੀ ਕਰ ਰਹੇ ਨੇ, ਉਸ ਸਵਾਲਾਂ ਦੇ ਘੇਰੇ ਦੇ ਵਿੱਚ ਖੁਦ ਆਪ ਆ ਗਏ ਨੇ। ਚਾਹੀਦਾ ਤਾਂ ਇਹ ਸੀਗਾ ਕਿ ਜਿਸ ਦਿਨ ਇਹਨਾਂ ਨੇ ਇਨਕੁਆਇਰੀ ਸ਼ੁਰੂ ਕੀਤੀ ਸੀਗੀ, ਉਹ ਸਾਰਾ ਅੰਮ੍ਰਿਤਸਰ ਦਾ ਮੀਡੀਆ ਬੁਲਾ ਕਰਕੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਪ੍ਰਕਾਸ਼ਿਤ ਹੁੰਦੇ ਨੇ, ਉਸ ਪ੍ਰਿੰਟਿੰਗ ਪ੍ਰੈਸ ਨੂੰ ਸੀਲ ਕਰਦੇ। ਉੱਥੇ ਜੋ ਕੁਝ ਵੀ ਪ੍ਰਿੰਟਿੰਗ ਮਟੀਰੀਅਲ ਪਿਆ ਹੈ, ਕਾਗਜ਼ ਦੇ ਰੂਪ ਦੇ ਵਿੱਚ, ਸ਼ਾਹੀ ਦੇ ਰੂਪ ਦੇ ਵਿੱਚ, ਬਾਈਂਡਿੰਗ ਦੇ ਮਟੀਰੀਅਲ ਪਿਆ ਹੈ, ਉਹ ਸਾਰਾ ਦਾ ਸਾਰਾ ਮਟੀਰੀਅਲ ਜਿਹੜਾ ਸੀਗਾ ਇਹਨਾਂ ਨੂੰ ਆਪਣੇ ਕਬਜ਼ੇ ਵਿੱਚ ਰਹਿ ਕਰਕੇ ਉਹਨੂੰ ਪ੍ਰੈਸ ਦੇ ਸਾਹਮਣੇ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਉਹਨੂੰ ਸੀਲ ਕਰਨਾ ਚਾਹੀਦਾ ਸੀਗਾ। ਇਹਨਾਂ ਨੇ ਸੀਲ ਨਹੀਂ ਕੀਤਾ। ਨਤੀਜਾ ਕੀ ਨਿਕਲਿਆ ਕਿ 125 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਫਰਮੇ ਜਾਂਚ ਆਰੰਭ ਹੋਣ ਦੇ ਬਾਅਦ ਨਵੇਂ ਤਿਆਰ ਹੋ ਗਏ। ਇਹ ਜਾਂਚ ਆਪਣੇ ਆਪ ਸਵਾਲਾਂ ਦੇ ਘੇਰੇ ਵਿੱਚ ਪੈ ਜਾਂਦੀ ਹੈ ਕਿ ਜਿਸ ਚੀਜ਼ ਤੇ ਤੁਸੀਂ ਲਾਪਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਾਂਚ ਕਰ ਰਹੇ ਹੋ, ਦੂਜੇ ਬੰਨੇ ਸਰੂਪ ਛਪਦੇ ਪਏ ਨੇ ਤੇ ਬੈਕ ਡੇਟ ਦੇ ਵਿੱਚ ਉਹਨਾਂ ਦੀ ਆਗਿਆ ਵੀ ਲੈ ਲਿੱਤੀ ਗਈ। ਸਾਡੇ ਕੋਲ ਸਬੂਤ ਹੈਗਾ ਇਸ ਗੱਲ ਦਾ, ਸਾਡੇ ਕੋਲ ਸਬੂਤ ਹੈ ਇਸ ਗੱਲ ਦਾ ਕਿ ਇਹਨਾਂ ਨੇ ਬੈਕ ਡੇਟ ਦੇ ਵਿੱਚ ਆਗਿਆ ਵੀ ਲੈ ਲਈ ਹੈ। ਇਹਦੇ ਵਿੱਚ ਨਾ ਜੀ ਸਾਡੇ ਮੁਤਾਬਕ ਟੌਪ ਤੋਂ ਲੈ ਕਰਕੇ ਜਿਹੜੇ ਬਾਦਲ ਕੇ ਨੇ, ਉੱਥੋਂ ਲੈ ਕਰਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ, ਹੁਣ ਦੇਖੋ ਨਾ ਇੱਕ ਇਨਕੁਆਇਰੀ ਚੱਲ ਰਹੀ ਹੈ, ਇੰਨੀ ਸੰਗੀਨ ਇਨਕੁਆਇਰੀ, ਤੇ ਮੁੱਖ ਸਕੱਤਰ ਜਿਹੜਾ ਹੈ ਉਹ 13 ਤਰੀਕ ਨੂੰ ਜਾਂ 14 ਤਰੀਕ ਨੂੰ ਉਹ ਵਿਦੇਸ਼ ਛੁੱਟੀ ਚਲੇ ਜਾਂਦੇ ਨੇ। ਲੱਗਦਾ ਕਿ ਉਹਨਾਂ ਦਾ ਮੇਨ ਹੱਥ ਹੋ ਸਕਦਾ। ਦੇਖੋ ਜੀ, ਇਨਕੁਆਇਰੀ ਦੇ ਵਿੱਚ ਉਹਨਾਂ ਨੂੰ ਨਿੱਜੀ ਤੌਰ ਤੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰਨਾ ਚਾਹੀਦਾ ਸੀਗਾ। ਇਨਕੁਆਇਰੀ ਆਪਣੀ ਪ੍ਰੈਜ਼ੈਂਸ 'ਚ ਕੰਡਕਟ ਕਰਾਉਣੀ ਚਾਹੀਦੀ ਸੀਗੀ। ਇਹ ਇੰਨਾ ਸੰਗੀਨ ਮਸਲਾ ਹੈ, ਇਹ ਨਹੀਂ ਹੈਗਾ ਕਿ ਤੁਸੀਂ ਵੀਡੀਓ ਕਾਨਫਰੰਸਿੰਗ ਦੇ ਨਾਲ ਉਹਨਾਂ ਦੇ ਬਿਆਨ ਲੈ ਲਓ। ਨਹੀਂ, ਹੁਣ ਉਹ ਵਿਦੇਸ਼ ਚਲ ਗਏ, ਇਸ ਤੋਂ ਲੱਗਦਾ ਕਿ ਉਹ ਖੁਦ ਸਵਾਲਾਂ 'ਚ ਘਿਰ ਗਏ। ਮੈਨੂੰ ਤਾਂ ਇਹ ਲੱਗਦਾ ਹੈ
ਕਿ ਇਹ ਮਸਲਾ ਵੀਡੀਓ ਕਾਨਫਰੰਸਿੰਗ ਦੇ ਨਾਲ ਜਾਂਚ ਅਧਿਕਾਰੀ ਇਹਦੀ ਜਿਹੜਾ ਹੈ ਉਹ ਨਿਰਪੱਖਤਾ ਨਾਲ ਜਾਂਚ ਨਹੀਂ ਕਰ ਸਕਣਗੇ। ਚਾਹੇ ਰੂਪ ਸਿੰਘ ਨੂੰ ਤੁਸੀਂ ਉੱਪਰੋਂ ਜਿਹੜਾ ਹੈ ਵੀਡੀਓ ਕਾਨਫਰੰਸਿੰਗ ਦੇ ਵਿੱਚ ਵੀ ਲੈ ਲਓ, ਲੇਕਿਨ ਉਹਨਾਂ ਦਾ ਪਰਸਨਲੀ ਇਸ ਇਨਕੁਆਇਰੀ ਦੇ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਬਣਦਾ ਸੀਗਾ। ਇਹਦੇ ਨਾਲ ਦੇ ਨਾਲ ਜਿਹੜੇ ਅਧਿਕਾਰੀ ਇਹਦੇ ਵਿੱਚ ਸ਼ਾਮਿਲ ਨੇ, ਠੀਕ ਹੈ, ਉਹਨਾਂ ਅਧਿਕਾਰੀਆਂ ਨੂੰ ਦਫ਼ਤਰ ਦੇ ਵਿੱਚ ਆਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਸੀਗੀ। ਜਿਸ ਵੇਲੇ ਦੋਸ਼ੀ ਅਧਿਕਾਰੀ ਦਫ਼ਤਰ ਵਿੱਚ ਵੀ ਆਣਗੇ, ਇਨਕੁਆਇਰੀ ਵੀ ਕਰਨਗੇ, ਅਕਾਲ ਤਖਤ ਦੇ ਸਕੱਤਰੇਤ ਵਿੱਚ ਵੀ ਆ ਰਹੇ ਨੇ, ਗਵਾਹਾਂ ਦੇ ਨਾਲ ਜਾ ਰਹੇ ਨੇ। ਗੋਬਿੰਦ ਸਿੰਘ ਲੌਂਗੋਵਾਲ ਖੁਦ ਜਾ ਕਰਕੇ ਆਪਣੇ ਮੁੱਖ ਸਕੱਤਰ ਦੇ ਨਾਲ ਆਏ ਨੇ, ਮਹਿੰਦਰ ਸਿੰਘ ਆਲੀ ਦੇ ਨਾਲ ਜਾ ਕਰਕੇ ਉਹਨਾਂ ਨੇ ਬਕਾਇਦਾ ਬਿਆਨ ਰਿਕਾਰਡ ਕਰਾਏ ਨੇ। ਤਾਂ ਜਿਸ ਵੇਲੇ ਇੱਕ ਅਫਸਰ ਨਾਲ ਖੁਦ ਆ ਰਿਹਾ ਹੈ ਬਿਆਨਾਂ ਦੀ ਤਸਦੀਕ ਕਰਾਉਣ ਲਈ, ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੀ ਉਹ ਇਨਕੁਆਇਰੀ ਜਿਹੜੀ ਹੈ ਕਿਵੇਂ ਨਿਰਪੱਖ ਹੋਏਗੀ। लेकिन 260 सबूत ने लगातार ਆਪਾਂ ਰਿਵਿਊ ਕਰਨਾ ਹੈ ਜੀ, ਕਿਆ ਲੱਗਦਾ 302 ਦਾ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ? ਇਹ ਬਿਲਕੁਲ ਸਾਡੀ ਮੰਗ ਹੈ ਜੀ। ਇਹ ਕ੍ਰਿਮੀਨਲ ਕੇਸ ਹੈ, ਇਹਦੇ ਵਿੱਚ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਇਹਨਾਂ ਬੰਦਿਆਂ ਦੀ ਗ੍ਰਿਫਤਾਰੀਆਂ ਹੋਣੀ ਚਾਹੀਦੀਆਂ ਨੇ, ਕਸਟਡੀ ਵਿੱਚ ਲੈ ਕਰਕੇ ਉਹਨਾਂ ਦੀ ਬਕਾਇਦਾ ਇੰਟੈਰੋਗੇਸ਼ਨ ਹੋਣੀ ਚਾਹੀਦੀ ਹੈ। ਮੈਂ ਗੱਲ ਕਰ ਰਿਹਾ ਇੰਟੈਰੋਗੇਸ਼ਨ ਦੀ। ਲੇਕਿਨ ਟੈਲੀਵਿਜ਼ਨ ਜਿਹਨਾਂ ਨਾਲ ਕਰਨੀ ਹੋਈ ਤੇ ਵਿਦੇਸ਼ ਭਾਗੀ, ਕਰੋਨਾ ਵਾਇਰਸ ਚੱਲ ਰਿਹਾ ਸੀਗਾ, ਫਲਾਈਟਸ ਬਹੁਤ ਮੁਸ਼ਕਿਲ ਹੋ ਗਈਆਂ ਸੀ, ਲੇਕਿਨ ਫਿਰ ਵੀ ਉਹ ਵਿਦੇਸ਼ ਪਹੁੰਚ ਗਏ ਨੇ। ਕਿਆ ਲੱਗਦਾ ਦੇਖੋ ਜੀ, ਛੁੱਟੀ ਦਿੱਤੀ ਕਿਉਂ ਗਈ? ਛੁੱਟੀ ਦੇਣ ਵਾਲੇ ਵੀ ਦੋਸ਼ੀ ਨੇ ਤੇ ਛੁੱਟੀ ਤੇ ਜਾਣ ਵਾਲਾ ਵੀ ਸ਼ੱਕੀ ਹੈ। ਕਿਆ ਸਮਝਦੇ ਹੋ ਡਾਕਟਰ ਠੀਕ। ਨੂੰ ਇੱਥੇ ਆ ਕੇ ਜਾਣ ਦਾ ਜਾਂਚ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੌਣ ਹੋ ਸਕਦਾ ਹੈ? ਕੋਈ ਨਹੀਂ ਹੈਗਾ। ਤੋ ਡਾਕਟਰ ਰੂਪ ਸਿੰਘ ਦੀ ਇਹ ਜ਼ਿੰਮੇਵਾਰੀ ਬਣਦੀ ਸੀਗੀ, ਉਹ ਛੁੱਟੀ ਤੇ ਜਾਂਦੇ ਨਾ। ਕਰੋਨਾ ਕਰਕੇ ਤਾਂ ਲੋਕਾਂ ਨੇ ਆਪਣੀਆਂ ਜਿਹੜਾ ਨੇ ਬਾਹਰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਲਿਆ, ਤੇ ਇਹ ਤਾਂ ਆਪਣੇ ਪਰਿਵਾਰ ਨਾਲ ਇੱਥੇ ਬੈਠੇ ਸੀਗੇ, ਇਹਨਾਂ ਨੂੰ ਕੀ ਲੋੜ ਸੀਗੀ ਬਾਹਰ ਜਾਣ ਦੀ ਪਰਿਵਾਰ ਸਮੇਤ। ਸੋ ਇਹ ਸਾਰਾ ਕੁਝ ਜਿਹੜਾ ਹੈ ਇਹ ਉੱਪਰੋਂ ਲੈ ਕਰਕੇ ਥੱਲੇ ਤੱਕ ਸਾਰਾ ਸਿਸਟਮ ਸ਼ੱਕੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਣ ਦਾ ਮਤਲਬ ਹੈ ਕਿ ਇਹ ਚੀਜ਼ਾਂ ਬੈਲੈਂਸ ਸ਼ੀਟ ਦੇ ਵਿੱਚ, ਇਹ ਚੀਜ਼ਾਂ ਆਡਿਟ ਰਿਪੋਰਟ ਦੇ ਵਿੱਚ, ਇਹ ਗੱਲਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ, ਇਹ ਸਾਰੀਆਂ ਡਿਸਪਲੇ ਹੋਣੀਆਂ ਚਾਹੀਦੀਆਂ ਸੀਗੀਆਂ। ਮੈਂ ਇਹ ਸਾਰਾ ਕੁਝ ਵੇਖਿਆ ਤੇ ਇਹ ਗੱਲ ਕੋਈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧਿਤ ਕੋਈ ਵੀ ਗੱਲ ਇਹਨਾਂ ਦੇ ਬੈਲੈਂਸ ਸ਼ੀਟਾਂ ਵਗੈਰਾ ਨਹੀਂ ਹੈਗੀਆਂ। ਇਹਨਾਂ ਦਾ ਜਿਹੜਾ ਆਡੀਟਰ ਹੈ SS ਕੋਹਲੀ, ਉਹਨੂੰ ਇਮੀਡੀਏਟਲੀ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ, ਬਲੈਕ ਲਿਸਟਡ ਕੀਤਾ ਜਾਣਾ ਚਾਹੀਦਾ ਹੈ। ਉਹ ਬਾਦਲ ਕਿਆਂ ਦਾ ਖਾਸ ਬੰਦਾ ਹੈ। ਸੋ ਇਹ ਚੀਜ਼ ਗੱਲਾਂ 2016 ਤੋਂ ਲੈ ਕਰਕੇ ਅੱਜ ਦੀ ਡੇਟ ਤੱਕ ਇਹ ਆਪ ਤਾਂ ਮੰਨਦੇ ਨੇ ਕਿ 2016 ਦੇ ਵਿੱਚ ਅੱਗ ਲੱਗੀ ਸੀਗੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 14 ਸਰੂਪ ਅਗਨ ਭੇਟ ਕੀਤੇ ਗਏ। ਲੇਕਿਨ ਜਿਸ ਵੇਲੇ ਗੋਇੰਦਵਾਲ ਸਾਹਿਬ ਜਾ ਕਰਕੇ ਜਿੱਥੇ ਅਗਨ ਭੇਟ ਕੀਤੇ ਜਾਂਦੇ ਨੇ, ਉੱਥੇ ਕੋਈ ਐਂਟਰੀ ਨਹੀਂ ਹੈਗੀ ਕਿ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਸੀਗੇ ਉਹ ਅਗਨ ਭੇਟ ਜਿਹੜੇ ਕੀਤੇ, ਸੰਸਕਾਰ ਕੀਤਾ ਗਿਆ। ਐਸੀ ਕੋਈ ਐਂਟਰੀ ਨਹੀਂ ਹੈਗੀ। ਦੇਖੋ ਜੀ, ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੂਰਾ ਮੌਕਾ ਦੇ ਰਹੇ ਹਾਂ। ਉਹ 17 ਤਰੀਕ ਤੱਕ ਦੇਖਦੇ ਹਾਂ ਕਿ ਬਾਦਲ ਕਿਆਂ ਨੂੰ ਕਿੰਨਾ ਦੋਸ਼ੀ ਠਹਿਰਾਉਂਦੇ ਨੇ, ਲੌਂਗੋਵਾਲ ਨੂੰ ਕਿੰਨਾ ਦੋਸ਼ੀ ਠਹਿਰਾਉਂਦੇ ਨੇ, ਮੁੱਖ ਸਕੱਤਰ ਨੂੰ ਕਿੰਨਾ ਦੋਸ਼ੀ ਠਹਿਰਾਉਂਦੇ ਨੇ। ਵੇਖਣ ਦੀ ਗੱਲ ਤਾਂ ਹੈਗੀ ਹੈ ਕਿ ਜਿਸ ਵੇਲੇ ਕੋਈ ਵੱਡੀ ਗੱਲ ਹੁੰਦੀ ਹੈ ਨਾ, ਹੁਣ ਤੁਸੀਂ ਸੁੱਚਾ ਸਿੰਘ ਲੰਗਾਹ ਦੀ ਗੱਲ ਤੁਸੀਂ ਕੀਤੀ ਹੈ, ਮੈਂ ਇਹਦੇ ਵਿੱਚ ਗੱਲ ਕਹਿ ਦਿਆਂ ਕਿ ਸੁੱਚਾ ਸਿੰਘ ਨੂੰ ਲੰਗਾਹ ਨੂੰ ਲੈ ਕੇ ਜਾਣ ਵਾਲੇ ਦਮਦਮੀ ਟਕਸਾਲ ਦੇ ਬੁਲਾਰੇ ਜਾਂ ਹੋਰ ਵਿਅਕਤੀ ਜਾਂ ਪਿੱਛੇ ਇੱਕ ਸਾਬਕਾ ਮੰਤਰੀ, ਉਹਨਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਬਈ? ਕਿਆ ਲੱਗਦਾ ਹਜੇ ਵੀ ਜਿਹੜਾ ਅਕਾਲ ਤਖਤ ਇਹ ਪੂਰੀ ਗੱਲਾਂ ਨਹੀਂ ਹੋਈਆਂ। ਜਿਸ ਵੇਲੇ ਜ਼ਹਿਰੀਲੀ ਸ਼ਰਾਬ ਦੀ ਗੱਲ ਕੀਤੀ ਸੀ ਨਾ, ਇੰਨੇ 115 ਬੰਦੇ ਮਰ ਗਏ, ਠੀਕ ਹੈ, ਤੇ ਕੈਪਟਨ ਸਾਹਿਬ ਨੇ, ਤੁਹਾਨੂੰ ਨਹੀਂ ਪਤਾ, ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਇਹ ਜ਼ਹਿਰੀਲੀ ਸ਼ਰਾਬ ਦੇ ਪਿੱਛੇ ਨੈਕਸਸ ਵੱਡੇ ਵੱਡੇ ਪੁਲਿਸ ਅਫਸਰਾਂ ਦਾ ਤੇ ਵੱਡੇ ਵੱਡੇ ਮੰਤਰੀਆਂ ਦਾ ਨੈਕਸਸ ਹੁੰਦਾ, ਤੇ ਕਿੰਨੇ ਕੁ ਵੱਡੇ ਅਫਸਰ ਜਾਂ ਕਿੰਨੇ ਕੁ ਵੱਡੇ ਮੰਤਰੀ ਜਿਹੜੇ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਕਿਆ ਹੈ। ਲੱਗਦਾ ਹਜੇ ਵੀ ਛੋਟੇ ਮੋਟੇ ਬੰਦਿਆਂ ਦੇ ਉੱਤੇ ਗਾਜ ਡਿੱਗਦੀ ਹਮੇਸ਼ਾ, ਤੇ ਇਹ ਇਨਕੁਆਇਰੀ ਦੇ ਵਿੱਚੋਂ ਵੀ ਗਾਜ ਜਿਹੜੀ ਹੈ ਨਾ, ਇਹ ਛੋਟੇ ਬੰਦਿਆਂ ਤੇ ਡਿੱਗਣੀ ਹੈ। ਵੱਡੇ ਬੰਦਿਆਂ ਤੱਕ, ਜਿਹੜੇ ਵੱਡੇ ਮਗਰਮੱਛ ਨੇ, ਜਿਹੜੇ ਇਹਦੇ ਵਿੱਚ ਮੁੱਖ ਰੂਪ ਵਿੱਚ ਦੋਸ਼ੀ ਨੇ, ਠੀਕ ਹੈ, ਉਹਨਾਂ ਤੇ ਗਾਜ ਨਹੀਂ ਡਿੱਗਣੀ। ਜਿਹੜਾ ਸੁੱਚਾ ਸਿੰਘ ਲੰਗਾਹ ਦਾ ਮਸਲਾ ਵੀ ਹੈ ਨਾ, ਉਹਦੇ ਵਿੱਚ ਵੀ ਵੱਡੇ ਬੰਦਿਆਂ ਤੇ ਗਾਜ ਨਹੀਂ ਡਿੱਗਣੀ, ਜਿਹਨਾਂ ਦੀ ਮਰਜ਼ੀ ਨਾਲ ਇਹ ਸਾਰਾ ਕੁਝ ਹੋਇਆ ਹੈ। ਸੋ ਛੋਟੇ ਬੰਦਿਆਂ ਤੇ ਗਾਜ ਡਿੱਗਦੀ ਹੈ। ਇਹ ਇੱਕ ਮਾੜੇ ਪ੍ਰਬੰਧ ਦੀ ਨਿਸ਼ਾਨੀਆਂ ਹੁੰਦੀਆਂ ਨੇ। ਹਜੇ ਵੀ ਸਮਝਦੇ ਕਿ ਅਕਾਲੀ ਦਲ ਦੇ ਹੇਠ ਹੀ ਚੱਲ ਰਿਹਾ ਸੀ ਅਕਾਲ ਤਖਤ ਸਾਹਿਬ, ਉਹਨਾਂ ਦੇ ਫੈਸਲੇ। ਮੈਂ ਤਾਂ ਕਹਿੰਦਾ ਕਿ ਸਿਰਫ ਮਹਿਸੂਸ ਨਹੀਂ ਕਰਦੇ, ਸਾਡਾ ਪੂਰਨ ਵਿਸ਼ਵਾਸ ਹੈ ਇਸ ਗੱਲ ਤੇ ਕਿ ਅਗਰ ਸਹੀ ਮਾਇਨਿਆਂ ਦੇ ਵਿੱਚ
ਜਥੇਦਾਰ ਹਰਪ੍ਰੀਤ ਸਿੰਘ ਹੋਰੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਵੀ ਮੈਂ ਕਿਸੇ ਦਾ ਪ੍ਰਭਾਵ ਨਹੀਂ ਕਬੂਲਦਾ ਹੈ। ਤੇ ਇਹ ਇਨਕੁਆਇਰੀ ਜਿਹੜੀ ਹੈ ਨਾ, ਇਹ ਇਨਕੁਆਇਰੀ ਕਰਨ ਤੋਂ ਪਹਿਲਾਂ ਇਹਨਾਂ ਨੂੰ ਕੌਮ ਦੇ ਟੌਪ ਦੇ 5-7 ਜੱਜਾਂ ਦੀ, ਜਰਨੈਲਾਂ ਦੀ, ਵਕੀਲਾਂ ਦਾ ਇੱਕ ਵੱਡਾ ਪੈਨਲ ਬਣਾਉਣਾ ਚਾਹੀਦਾ ਸੀਗਾ। ਇਹ ਕੀ ਹੋਇਆ ਕਿ ਅਗਰ ਨਵਿਤਾ ਸਿੰਘ ਨੇ ਇਨਕੁਆਇਰੀ ਕਰਨ ਤੋਂ ਨਾ ਕਰਤੀ, ਨਵਿਤਾ ਸਿੰਘ ਨੇ ਇਨਕੁਆਇਰੀ ਕਰਨ ਤੋਂ ਨਾ ਕਰਤੀ, ਕੌਮ ਦੇ ਵਿੱਚ ਹੋਰ ਕੋਈ ਜੱਜ ਹੈ ਹੀ ਨਹੀਂ ਹੈਗਾ ਕੌਮ ਦੇ ਵਿੱਚ ਕੋਈ ਜੱਜ। ਐਡੇ ਅੱਛੇ ਜੱਜ ਨੇ, ਵਧੀਆ ਤੋਂ ਵਧੀਆ ਵਕੀਲ ਬੈਠੇ ਨੇ ਜਿਹੜੇ ਸੰਘਰਸ਼ ਨਾਲ ਜੁੜੇ ਹੋਏ ਨੇ, ਕਿਉਂ ਨਹੀਂ ਉਹਨਾਂ ਦੀ ਚੋਣ ਕੀਤੀ ਗਈ? ਇਹ ਚੋਣ ਕਰਨ ਦੇ ਪਿੱਛੇ ਵੀ ਬੜਾ ਵੱਡਾ ਇੱਕ ਰਹੱਸ ਹੈ। ਔਰ ਉਸ ਬੀਬੀ ਨੇ, ਮੈਂ ਦਾਤ ਦਿਆਂਗਾ ਕਿ ਉਸਨੇ ਘਰੇਲੂ ਮਜਬੂਰੀਆਂ ਦੀ ਗੱਲ ਜ਼ਰੂਰ ਕੀਤੀ ਹੈ, ਲੇਕਿਨ ਅਸਲੀ ਇਹਦੇ ਪਿੱਛੇ, ਪਰਦੇ ਪਿੱਛੇ ਜਿਹੜਾ ਕਾਰਨ ਹੈ ਉਹ ਇਹ ਹੈਗਾ ਕਿ ਉਹਦੇ ਉੱਤੇ ਇੰਨਾ ਪ੍ਰੈਸ਼ਰ ਪਾਤਾ ਗਿਆ ਸੀਗਾ ਕਿ ਇਹ ਇਨਕੁਆਇਰੀ ਦੇ ਵਿੱਚੋਂ ਇਸ ਡਾਇਰੈਕਸ਼ਨ ਵਿੱਚ ਕਰਨੀ ਹੈ, ਇਹਨਾਂ ਲੋਕਾਂ ਨੂੰ ਛੱਡਣਾ ਹੈ ਤੇ ਇਹਨਾਂ ਲੋਕਾਂ ਨੂੰ ਉਹ ਬੀਬੀ ਇਸ ਮੈਂਟੈਲਿਟੀ ਦੀ ਨਹੀਂ ਹੈਗੀ। ਉਹ ਬੜੀ ਨਿਰਪੱਖ ਬੀਬੀ ਸੀਗੀ, ਇਸ ਕਰਕੇ ਉਹ ਪ੍ਰੈਸ਼ਰ ਦੇ ਵਿੱਚ ਕੰਮ ਨਹੀਂ ਕਰ ਸਕਦੀ ਸੀਗੀ, ਤਾਂ ਉਹਨੇ ਇਸ ਇਨਕੁਆਇਰੀ ਤੋਂ ਆਪਣੇ ਆਪ ਨੂੰ ਲਾਂਭੇ ਕੀਤਾ। ਹਾਂਜੀ, 84 ਦੇ ਕੇਸਾਂ ਦੀ ਵੀ ਸਰ ਕਾਰਵਾਈ ਕਰ ਰਹੇ ਨੇ, ਜੋ ਤੁਸੀਂ ਸਮਝਦੇ ਹੋ ਕਿ ਉਹ ਮਤਲਬ ਇਸ ਲਾਇਕ ਹੈਗੇ ਨੇ ਜਾਂ ਕਿ ਇਹਨਾਂ ਨੂੰ ਬਸ? ਦੇਖੋ, ਮੈਂ ਕਿਸੇ ਇੱਕ ਪਾਰਟਿਕੂਲਰ ਵਿਅਕਤੀ ਦੀ ਗੱਲ ਨਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਵੱਡੇ ਤੋਂ ਵੱਡੇ ਜੱਜਿਸ ਨੇ। ਹੁਣ RS ਸੋਢੀ ਇੱਕ ਟੌਪ ਦੇ ਵਕੀਲ ਨੇ, ਇੱਕ ਟੌਪ ਦੇ ਜੱਜ ਰਹੇ ਨੇ, ਠੀਕ ਹੈ ਜੀ, ਵਕਾਲਤ ਵੀ ਟੌਪ ਦੀ ਕੀਤੀ ਹੈ ਤੇ ਜੱਜ ਵੀ ਟੌਪ ਦੇ ਰਹੇ ਨੇ। ਨਹੀਂ ਸਰ, ਤੁਹਾਡੀ ਪਰਸਨਲ ਰਾਏ ਦੇ ਬਾਰੇ ਪੁੱਛਣਾ ਵੀ HS ਸਕੂਲਾਂ ਨੂੰ ਤੁਸੀਂ ਸਮਝਦੇ ਹੋ ਕਿ ਇਸ ਲਾਇਕ ਹੈਗੇ ਨੇ ਕਿ ਇਨਕੁਆਇਰੀ ਕਰਦੇ ਹੋ? ਦੇਖੋ ਜੀ, ਲਿਆਕਤ ਜਿਹੜੀ ਹੈ ਨਾ ਉਹਨਾਂ ਦੇ ਵਿੱਚ ਬਹੁਤ ਵੱਡੀ ਹੈ, ਉਹਨਾਂ ਨੇ ਬੜੇ ਵੱਡੇ ਕੇਸ ਕੀਤੇ ਨੇ। ਅਗਰ ਉਹਨਾਂ ਨੂੰ ਮੌਕਾ ਦਿੱਤਾ ਜਾਵੇ, ਨਾਲ ਜੱਜ ਲਗਾਤੇ ਜਾਣ, ਚੰਗੇ ਵਿਦਵਾਨ ਲਗਾਤੇ ਜਾਣ, ਇੱਕ ਬੰਦੇ ਦੀ ਇਨਕੁਆਇਰੀ ਨਹੀਂ ਹੋਣੀ ਚਾਹੀਦੀ। ਇਟ ਸ਼ੁੱਡ ਬੀ ਅ ਪੈਨਲ ਆਫ ਐਟਲੀਸਟ 5 ਪਰਸਨ, ਘੱਟੋ ਘੱਟ 5 ਬੰਦਿਆਂ ਦਾ ਪੈਨਲ ਹੋਣਾ ਚਾਹੀਦਾ ਹੈ। ਔਰ ਇਹ ਬੜਾ ਸੰਗੀਨ ਮਸਲਾ ਹੈਗਾ। ਔਰ ਉਸ ਵਿਅਕਤੀ ਦੀ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਐਫੀਲੀਏਸ਼ਨ ਉਸ ਵਿਅਕਤੀ ਦੀ ਨਹੀਂ ਹੋਣੀ ਚਾਹੀਦੀ, ਕਿਉਂਕਿ ਪੋਲੀਟੀਕਲ ਐਫੀਲੀਏਸ਼ਨ ਦੇ ਵਿੱਚੋਂ ਆ ਕਰਕੇ ਇਹ ਇਨਕੁਆਇਰੀ ਨੂੰ ਕਿਸੇ ਨਾ ਕਿਸੇ ਕੇ ਨਾਲ ਪੋਲੀਟੀਕਲ ਪਾਰਟੀ ਇਨਫਲੂਐਂਸ ਕਰ ਸਕਦੀ ਹੈ। ਸੋ ਮੈਂ ਚਾਹੁੰਦਾ ਸੀਗਾ, ਅਸੀਂ ਚਾਹੁੰਦੇ ਹਾਂ ਕਿ ਇਹ ਇਨਕੁਆਇਰੀ ਜਿਹੜੀ ਹੈ ਇਹ ਨਾਨ ਪੋਲੀਟੀਕਲ ਵਿਅਕਤੀਆਂ ਵੱਲੋਂ, ਜਿਹੜਾ ਨੂੰ ਕਿ ਇਸ ਜਿਹਦਾ ਤਜਰਬਾ ਹੈਗਾ, ਠੀਕ ਹੈ, ਉਹਨਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਹੁਣ ਇਨਕੁਆਇਰੀ ਜਿਹੜੀ ਹੈ ਇਹ ਲੀਹਾਂ ਤੋਂ ਲੱਥ ਚੁੱਕੀ ਹੈ, ਸੱਚ ਤੋਂ ਬਹੁਤ ਦੂਰ ਜਾ ਚੁੱਕੀ ਹੈ। ਇਹਦੇ ਵਿੱਚ ਇੱਕੋ ਹੀ ਰਸਤਾ ਹੈਗਾ ਕਿ ਇਹਦੇ ਵਾਸਤੇ ਕ੍ਰਿਮੀਨਲ ਕੇਸ ਜਿਹੜਾ ਰਜਿਸਟਰ ਕੀਤਾ ਜਾਵੇ ਤੇ ਕ੍ਰਿਮੀਨਲ ਪ੍ਰੋਸੀਡਿੰਗਸ ਕੀਤੀਆਂ ਜਾਣ, 302 ਦਾ ਪਰਚਾ ਦਰਜ ਕੀਤਾ ਜਾਵੇ, ਦੋਸ਼ੀਆਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ।